गुड मॉर्निंग स्टूडेंट्स। आई एम योर टीचर कपिल बावा। बेटा अपना सैकेंड चैप्टर है इलैक्ट्रिक हीटिंग। फस्ट चैप्टर ਆਪਾਂ ਇਲੂਮੀਨੇਸ਼ਨ ਦੇ ਕੁਝ ਟੌਪਿਕ ਕਰ ਲਏ ਨੇ। ਸੈਕੰਡ ਚੈਪਟਰ ਦੇ ਵਿੱਚ ਇਲੈਕਟ੍ਰਿਕ ਹੀਟਿੰਗ ਦੇ ਵਿੱਚ ਆਪਾਂ ਚੈਪਟਰ ਹੀਟਿੰਗ ਦੇ ਵਿੱਚ ਆਪਾਂ ਦੇਖਾਂਗੇ ਵੀ ਸਭ ਤੋਂ ਪਹਿਲਾਂ ਐਡਵਾਂਟੇजेस ਕੀ ਹੈ ਇਲੈਕਟ੍ਰਿਕ ਹੀਟਿੰਗ ਦੀ, ਕਿਤੇ ਕਿਤੇ ਆਪਾਂ ਇਲੈਕਟ੍ਰਿਕ ਹੀਟਿੰਗ ਯੂਜ਼ ਕਰਦੇ ਹਾਂ। ਬੇਟਾ ਹੀਟਿੰਗ ਆਪਾਂ ਨੂੰ ਆਪਣੇ ਕੋਲ ਇੰਡਸਟਰੀਅਲ ਅਤੇ ਡੋਮੈਸਟਿਕ ਪਰਪਸ ਵਾਸਤੇ ਯੂਜ਼ ਆਪਾਂ ਇਹਨੂੰ ਕਰਦੇ ਹਾਂ। ਇਲੈਕਟ੍ਰਿਕ ਹੀਟਿੰਗ ਆਪਾਂ ਐਨਰਜੀ ਨੂੰ ਕਨਵਰਟ ਕਰਨ ਵਾਸਤੇ ਹੀਟ ਐਨਰਜੀ ਦੇ ਵਿੱਚ ਇਹਨੂੰ ਯੂਜ਼ ਕਰਦੇ ਹਾਂ। ਜਦੋਂ ਵੀ ਕਿਸੇ ਚੀਜ਼ ਦੇ ਵਿੱਚੋਂ ਆਪਾਂ ਕੰਡਕਟਰ ਦੇ ਵਿੱਚੋਂ ਕਰੰਟ ਪਾਸ ਕਰਦੇ ਹਾਂ ਤਾਂ ਕੰਡਕਟਰ ਹੌਟ ਹੋ ਜਾਂਦਾ, ਠੀਕ ਹੈ। ਅਤੇ ਜਦੋਂ ਮੈਗਨੈਟਿਕ ਮਟੀਰੀਅਲ ਕਿਸੇ ਅਲਟਰਨੇਟਿਵ ਮੈਗਨੈਟਿਕ ਫੀਲਡ ਦੇ ਵਿੱਚ ਲੈ ਕੇ ਆਉਂਦੇ ਤਾਂ ਹੀਟ ਪ੍ਰੋਡਿਊਸ ਹੁੰਦੀ ਹੈ ਮੈਗਨੈਟਿਕ ਮਟੀਰੀਅਲ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਬੇਟਾ ਆਪਾਂ ਇਹਦੀ ਐਡਵਾਂਟੇजेस ਐਂਡ ਡਿਸਐਡਵਾਂਟੇजेस ਕੀ ਹੈ ਇਲੈਕਟ੍ਰਿਕ ਹੀਟਿੰਗ ਦੀ ਉਹ ਪੜ੍ਹਨੀ ਹੈ। ਫਿਰ ਆਪਾਂ ਪੜ੍ਹਨਾ ਹੈ ਵਾਟ ਆਰ ਦਾ ਮੈਥਡਸ ਆਫ ਟਰਾਂਸਫਰ ਆਫ ਹੀਟ, ਕਿਹੜੇ ਕਿਹੜੇ ਮੈਥਡ ਨੇ ਜਿਨ੍ਹਾਂ ਦੇ ਨਾਲ ਆਪਾਂ ਹੀਟ ਟਰਾਂਸਫਰ ਕਰ ਸਕਦੇ ਹਾਂ। ਹੀਟ ਨੂੰ ਟਰਾਂਸਫਰ ਕਰਨ ਵਾਸਤੇ ਆਪਣੇ ਕੋਲ 3 ਮੈਥਡ ਨੇ, ਸੋਲਿਡ ਵਾਸਤੇ ਅਲੱਗ, ਲਿਕੁਇਡ ਵਾਸਤੇ ਅਲੱਗ, ਗੈਸਿਸ ਵਾਸਤੇ ਅਲੱਗ, ਠੀਕ ਹੈ। ਸਭ ਤੋਂ ਪਹਿਲਾਂ ਆਓ ਸਟਾਰਟ ਕਰਦੇ ਹਾਂ ਵਟ ਇਜ਼ ਇਲੈਕਟ੍ਰਿਕ ਹੀਟਿੰਗ। Beta heating is required for industrial and domestic purpose. In electric heating, electric energy is converted into heat energy. ठीक है, फर्स्ट तो यही है। Second, when current is passed through the conductor, conductor become hot, and when a magnetic material is brought into the vicinity of alternating magnetic field, heat is produced in the magnetic material. Third key, similarly, it was found that when an electrically insulated material was subjected to electrical stress, it too underwent a temperature rise which is called the dielectric heating, ठीक है। तो नेक्स्ट अपने को एडवांटेजेस ऑफ हीटिंग। हीटिंग ਦੀ ਐਡਵਾਂਟੇजेस ਬੇਟਾ ਇਹ ਹੈ ਵੀ ਜਿਹੜੀ ਦੂਸਰੀ ਹੀਟਿੰਗ ਹੈ, ਜਿਸ ਤਰ੍ਹਾਂ ਕਿਸੇ ਫਿਊਲ ਤੋਂ ਆਪਾਂ ਹੀਟਿੰਗ ਕਰਦੇ ਹਾਂ ਉਹਦੇ ਨਾਲ ਆਪਣੇ ਕੋਲ ਕੁਛ ਲਾਸਟ ਦੇ ਵਿੱਚ ਐਸ਼ ਬਚ ਜਾਂਦੀ ਹੈ, ਜਿਹਦੇ ਨਾਲ ਪੋਲਿਊਸ਼ਨ ਆਪਣੇ ਕੋਲ ਫੈਲਦਾ ਹੈ, ਠੀਕ ਹੈ। ਇਹਦੇ ਵਿੱਚ ਆਪਣੇ ਕੋਲ ਕੋਈ ਪੋਲਿਊਸ਼ਨ ਨਹੀਂ ਹੈਗਾ ਕਿਉਂਕਿ ਲਾਸਟ ਦੇ ਵਿੱਚ ਆਪਣੇ ਕੋਲ ਕੁਛ ਵੀ ਨਹੀਂ ਬਚਦਾ, ਠੀਕ ਹੈ। ਕੁਛ ਮਤਲਬ ਵੇਸਟ ਮਟੀਰੀਅਲ ਨਹੀਂ ਆਪਣੇ ਕੋਲ ਬਚਦਾ। ਸੋ ਇਹਦੀ ਕੀ ਐਡਵਾਂਟੇजेस ਹੈ। ਸਭ ਤੋਂ ਪਹਿਲਾਂ ਹੈ ਕਲੀਨੈਸ ਡਿਊ ਟੂ ਕੰਪਲੀਟ ਇਲੀਮੀਨੇਸ਼ਨ ਆਫ ਡਸਟ ਐਂਡ ਐਸ਼। ਇਹਦੇ ਵਿੱਚ ਡਸਟ ਐਂਡ ਐਸ਼ ਨਹੀਂ ਹੁੰਦੀ, ਜਿਸ ਕਰਕੇ ਇਨਵਾਇਰਮੈਂਟ ਬਿਲਕੁਲ ਸਾਫ਼ ਰਹਿੰਦਾ। The charges to maintain cleanliness are minimum and material to be heated does not get contaminated। ਜਿਹੜਾ ਮਟੀਰੀਅਲ ਆਪਾਂ ਗਰਮ ਕਰਨਾ ਉਹ ਵੀ ਮਤਲਬ ਖ਼ਰਾਬ ਨਹੀਂ ਹੁੰਦਾ ਕਿਉਂਕਿ ਉਹਦੇ ਨਾਲ ਵਿੱਚ ਵੀ ਕੁਛ ਮਿਕਸਿੰਗ ਨਹੀਂ ਹੁੰਦੀ, ਠੀਕ ਹੈ। ਸੈਕਿੰਡ ਕੀ ਹੈ ਈਜ਼ ਆਫ ਕੰਟਰੋਲ। ਇਹਨੂੰ ਆਪਾਂ ਕੰਟਰੋਲ ਈਜ਼ੀ ਇੱਕ ਸਵਿਚ ਦੇ ਨਾਲ ਆਪਾਂ ਕੰਟਰੋਲ ਕਰ ਸਕਦੇ ਹਾਂ। ਸਵਿਚ ਔਨ ਕਰ ਦਾਂਗੇ ਤਾਂ ਆਪਣੇ ਕੋਲ ਹੀਟਿੰਗ ਆਏਗੀ, ਸਵਿਚ ਆਫ ਕਰ ਦਾਂਗੇ ਤਾਂ ਹੀਟਿੰਗ ਨਹੀਂ ਆਏਗੀ। ਤਾਂ ਵਿਦ ਦ ਹੈਲਪ ਆਫ ਮੈਨੂਅਲ ਐਂਡ ਆਟੋਮੈਟਿਕ ਡਿਵਾਈਸ ਇਟ ਇਜ਼ ਪੋਸੀਬਲ ਟੂ ਕੰਟਰੋਲ ਐਂਡ ਰੈਗੂਲੇਟ ਦਾ ਟੈਂਪਰੇਚਰ ਆਫ ਫਰਨੈਸ ਵਿਦ ਦ ਗ੍ਰੇਟ ਈਜ਼। ਥਰਡ ਕੀ ਹੈ ਯੂਨੀਫਾਰਮ ਹੀਟਿੰਗ। ਆਪਣੇ ਕੋਲ ਦੇਖੋ ਇੱਥੇ ਫਿਊਲ ਦੀ ਸ਼ੋਰਟੇਜ ਤਾਂ ਹੈ ਨਹੀਂ ਵੀ ਫਿਊਲ ਘੱਟ ਗਿਆ ਵੱਧ ਗਿਆ, ਠੀਕ ਹੈ। ਕਿੰਨੀ ਅਮਾਊਂਟ ਦੇ ਵਿੱਚ ਆਪਾਂ ਫਿਊਲ ਪਾਇਆ, ਵੱਧ ਚਲਾ ਗਿਆ ਫਿਊਲ ਜਾਂ ਘੱਟ ਫਿਊਲ ਚਲਾ ਗਿਆ, ਸੋ ਇਸ ਤਰ੍ਹਾਂ ਦਾ ਕੋਈ ਝੰਜਟ ਨਹੀਂ ਹੈ। ਸੋ ਇਹਦੇ ਕੋਲ ਜਿਹੜੀ ਹੀਟਿੰਗ ਹੈ ਉਹ ਯੂਨੀਫਾਰਮ ਹੋਏਗੀ। whereas in other form of heating a temperature gradient is set up from the outer surface to the inner core, the core being relatively cooler. In case of electric heating, the heat is uniformly distributed, hence the charge is uniformly heated. Fourth, low attention and maintenance cost। ਬੇਟਾ ਇਹਦੇ ਕੋਲ ਜ਼ਿਆਦਾ ਅਟੈਂਸ਼ਨ ਦੀ ਲੋੜ ਵੀ ਘੱਟ ਹੈ ਅਤੇ ਮੇਨਟੇਨੈਂਸ ਕੋਸਟ ਵੀ ਬਿਲਕੁਲ ਘੱਟ ਹੈ ਕਿਉਂਕਿ ਇਹਦੇ ਵਿੱਚ ਕੋਈ ਵੀ ਚੀਜ਼ ਆਪਣੇ ਕੋਲ ਵੇਅਰ ਐਂਡ ਟੇਅਰ ਨਹੀਂ ਹੈ। ਸੋ ਇਲੈਕਟ੍ਰਿਕ ਹੀਟਿੰਗ ਇਕੁਇਪਮੈਂਟਸ normally do not require much attention and maintenance is also negligible, hence labor charges on these items are negligibly small as compared to alternating method of heating, ठीक है बेटा। ਇਹ ਆਪਣੇ ਕੋਲ ਹੈ ਐਡਵਾਂਟੇजेस। ਨੈਕਸਟ ਆਪਣੇ ਕੋਲ ਹੈ ਵਟ ਇਜ਼ ਹੀਟ। ਹੀਟ ਦੀ ਡੈਫੀਨੇਸ਼ਨ ਦੇਖੋ ਬੇਟਾ, ਹੀਟ ਨੂੰ ਆਪਾਂ ਡਿਨੋਟ ਕਰਦੇ ਹਾਂ ਕੈਪੀਟਲ ਕਿਊ ਦੇ ਨਾਲ। ਸੋ ਹੀਟ ਇਜ਼ ਡਿਫਾਈਨਡ ਐਜ਼ heat is something which appears at the boundary when a system changes its states due to a difference in temperature between system and surrounding।
बेटा कोई भी चीज़ है किसी पैन ਦੇ ਵਿੱਚ ਕੋਈ ਚੀਜ਼ ਪਈ ਹੈ ਉਹਨੂੰ ਆਪਾਂ ਗਰਮ ਕੀਤਾ ਉਹ ਇੰਟਰਨਲੀ ਆਪਣਾ ਟੈਂਪਰੇਚਰ ਬਾਹਰਲੀ ਸਰਾਊਂਡਿੰਗ ਨਾਲੋਂ ਅਲੱਗ ਸ਼ੋ ਕਰੇਗੀ। ਠੀਕ ਹੈ, ਪੈਨ ਦੇ ਵਿੱਚ ਜਿਹੜਾ ਪਾਣੀ ਆਪਾਂ ਗਰਮ ਕੀਤਾ ਉਹ ਬਾਹਰ ਦੀ ਜਿਹੜਾ ਸਰਾਊਂਡਿੰਗ ਦਾ ਟੈਂਪਰੇਚਰ ਤੇ ਅੰਦਰ ਜਿਹੜਾ ਪਾਣੀ ਆਪਾਂ ਗਰਮ ਕੀਤਾ ਉਹਦੇ ਟੈਂਪਰੇਚਰ 'ਚ ਜੇ ਡਿਫਰੈਂਸ ਹੋਏਗਾ ਤੇ ਉਹ ਵਾਲਾ ਜਿਹੜਾ ਆਪਣੇ ਕੋਲ ਚੇਂਜ ਆਈ ਹੈ ਹੀਟ ਦੇ ਵਿੱਚ ਉਹ ਪੈਨ ਦੀ ਬਾਉਂਡਰੀ 'ਤੇ ਆਪਾਂ ਨੂੰ ਉਹ ਹੀਟ ਦੇ ਨਾਲ ਆਪਾਂ ਐਬਜ਼ੋਰਬ ਜਾਂ ਆਪਾਂ ਚੈੱਕ ਕਰ ਸਕਦੇ ਵੀ ਕਿੰਨੀ ਜ਼ਿਆਦਾ ਹੀਟ ਹੈਗੀ। ਹੀਟ ਅਪੀਅਰਸ ਓਨਲੀ ਐਟ ਦਾ ਬਾਉਂਡਰੀ। ਠੀਕ ਹੈ, ਵਾਈਲ ਇਟਸ ਜਿਹੜਾ ਚੇਂਜ ਟੇਕਸ ਪਲੇਸ ਹੁੰਦਾ ਉਹ ਇਨਸਾਈਡ ਦਾ ਸਿਸਟਮ ਹੁੰਦਾ। ਜਿਸ ਤਰ੍ਹਾਂ ਪੈਨ ਦੇ ਵਿੱਚ ਪਾਣੀ ਗਰਮ ਕਰ ਰਹੇ ਹਾਂ ਤਾਂ ਪਾਣੀ ਅੰਦਰ ਗਰਮ ਹੋਏਗਾ, ਬਟ ਜਿਹੜੀ ਇਹਦੀ ਹੀਟ ਹੋਏਗੀ ਉਹ ਆਪਾਂ ਪੈਨ ਦੀ ਬਾਉਂਡਰੀ ਤੋਂ ਦੇਖਾਂਗੇ ਵੀ ਕਿੰਨੀ ਹੈ। ਠੀਕ ਹੈ, ਇਸ ਤੋਂ ਬਾਅਦ ਹੀਟ ਦੇ ਦੋ ਸਾਈਨ ਹੁੰਦੇ ਆ। ਆਪਾਂ ਸਾਈਨ ਕਿਸ ਤਰ੍ਹਾਂ ਵੀ ਹੀਟ ਪੋਜ਼ਿਟਿਵ ਹੈ ਕਿ ਹੀਟ ਨੈਗੇਟਿਵ ਹੈ। बेटा जे तो हीट फ्लो करती है सिस्टम टू सराउंडिंग भी मतलब हीट है जी वो पैन दे विच तो लैके बाहर जा रही है। ठीक है, जी फिर आप क्यू का साइन लवांगे पॉजिटिव। ठीक है, तो जे आप मतलब सराउंडिंग तो हीट लै रहे हैं तो आप पैन दे विच पा रहे हैं तो उसनू बोलांगे नैगेटिव। भी सराउंडिंग तो हीट लवांगे तो क्यू नैगेटिव, सराउंडिंग नू हीट देवांगे तो क्यू पॉजिटिव। तो ये जोड़े दो सिंबल है ये तुम देखना भी पॉजिटिव क्यू आना कि नैगेटिव क्यू आना। बेटा हीट नू ट्रांसफर करने के अपने को अगे तीन मैथड है, कंडक्शन, कन्वैक्शन एंड रेडिएशन। बेटा जो कंडक्शन है वो सॉलिड टू सॉलिड अपने को किस तरह हीट नू ट्रांसफर कर सकता है। सपोज कर लो फर्स्ट एग्जांपल कंडक्शन दी लिखा है भी हीट ट्रांसफर ऑफ हीट फ्रॉम वन पार्टिकल्स ऑफ मैटर टू द अनदर। देखो बेटा एक पैन है, आप इनू स्टोव के उपर रखे हुआ है, पैन दे विच पानी आप गर्म कर रहे हैं, पानी दे विच आप एक स्पून रखे है। ठीक है, जो पैन का मटीरियल है उही स्पून का मटीरियल है। तो थोड़ा टाइम देखो जो पानी गर्म हो जाएगा तो जी हीट है पानी के विचों ट्रांसफर हो गई है स्पून। देख लो आप स्पून हथ लगावे तो स्पून भी अपन गर्म दिखेगा। ठीक है, तो ये की है देखो भी अपने को जी ट्रांसफर ऑफ एनर्जी हुई है बिटवीन ऑब्जैक्ट्स पैन तो लैके स्पून तक। ठीक है, क्योंकि उन्होंने आपस के फिजिकल कॉन्टैक्ट सी। ठीक है, इस मैथड में मतलब आप बोलते हैं कंडक्शन मैथड। जिस तरह सपोज कर लो पैन है, पैन की एक डंडी है जिसके उपर आप प्लास्टिक कवर किया होंगे या सैरेमिक मटीरियल या आप वुड का उपर वो कवरिंग की होंगी ताकि आपको गर्म ना लगे। हुण पैन का पोर्शन अलग है जोड़ा राउंड तो उपर जोड़ा वो हैंडल है वह पोर्शन अलग है। आप मतलब रिवट नाल या नट नाल कस देंगे, उन्होंने इकट्ठा कर देंगे। हुण आप किया तो पैन गर्म है तो उस तो बाद की हो गया वो हैंडल भी गर्म हो गया। यदा मतलब की है भी जोड़ा अपने को पैन है पैन दे तो हीट ट्रांसफर होके हैंडल ते आ गई। हुण एक मटीरियल बॉडी तो लैके दूसरी बॉडी तक हीट ट्रांसफर होगी। ठीक है, एक बॉडी तो दूसरी बॉडी ते जो हीट ट्रांसफर होएगी तो इस मैथड में आप की बोलांगे कंडक्शन मैथड। ठीक है, सो ये देखो एक होर एग्जांपल है कंडक्शन के तिने मतलब एग्जांपल दिते हैं। तुसीं कंडक्शन वाल देखो एक आप रॉड पकड़ी हुई है, रॉड के उपर एक जी स्टिक है वो दूसरी एक राउंड की हुई स्टिक है वो अटैच वैल्डिंग की हुई है। सपोज कर लो अपने को हीट तो जी जा रही है वो जी आप अगे नू मतलब स्टिक की हुई है उत्ते हीट लग रही है। वो की हो रहा भी जो अपना हैंडल है अपना हैंड दूर है काफ़ी, मतलब अपने को जी फायर है उस तो अपना हैंड काफ़ी दूर है, पर रोड देखो सारी ही गर्म हो रही है। ये की है भी जो एक पॉइंट है जिथे जो एक पॉइंट है जो फायर के कोल है वो वाले पॉइंट तो लैके अपने हाथ को जो पॉइंट है ये देखो इन्नी दूर जाके भी अपने को जो पॉइंट है वो गर्म हो रहा है जिथे अपना हाथ लग रहा है। तो इस मैथड में देखो आप हीट इत्थों लैके अपने हाथ तक ये वाले पॉइंट तक हीट कंडक्ट हुई है। ठीक है, जो हीट कंडक्ट हुई है तो इस मैथड में आप की बोलांगे कंडक्शन मैथड। भी मतलब दो मटीरियल्स ठीक है सॉलिड उन्होंने हीट ट्रांसफर एक तो लैके दूसरे वाल हो जाना तो इस मैथड में की बोलते हैं कंडक्शन मैथड। ठीक है बेटा, सो इट इज़ द फ्लो ऑफ हीट थ्रू सॉलिड्स। नैक्सट अपने को बेटा मैथड है कन्वैक्शन। ये तीन मैथड ने कंडक्शन, कन्वैक्शन एंड रेडिएशन। सो फर्स्ट कंडक्शन आप कर लिया, सैकेंड की है कन्वैक्शन।
ਬੇਟਾ ਇਹੀ ਜਿਹੜਾ ਕਨਵੈਕਸ਼ਨ ਮੈਥਡ ਹੈ ਇਹ ਟਰਾਂਸਫਰ ਆਫ ਹੀਟ ਬਾਏ ਦਾ ਮੂਵਮੈਂਟ ਆਫ ਕਰੰਟਸ ਵਿਦਿਨ ਦਾ ਫਲੂਇਡਸ। ਹੁਣ ਦੇਖੋ ਇਹਦੇ ਵਿੱਚ ਇਹ ਇੱਕ ਐਗਜ਼ਾਮਪਲ ਹੋਰ ਲਈ ਹੈ, ਵੈਨ ਯੂ ਪੁੱਟ ਵਾਟਰ ਟੂ ਦਾ ਬੋਇਲ ਦਾ ਹੀਟ ਰਾਈਜ਼ਿਸ ਵਾਈਲ ਦਾ ਕੂਲ 에ਅਰ ਗੋਜ਼ ਡਾਊਨ। ਦੇਖੋ ਜਿਹੜਾ ਪੈਨ ਦੇ ਵਿੱਚ ਤੁਸੀਂ ਪਾਣੀ ਪਾਇਆ, ਜਿਹੜਾ ਤਾਂ ਪੈਨ ਬਿਲਕੁਲ ਨੀਚੇ ਵਾਲੇ ਸਰਫੇਸ 'ਤੇ ਪਾਣੀ ਹੈਗਾ ਪਹਿਲਾਂ ਗਰਮ ਉਹ ਹੋਏਗਾ, ਜਦੋਂ ਉਹ ਗਰਮ ਹੋਏਗਾ ਉਹਦੀ ਕੀ ਹੈ ਡੈਂਸਿਟੀ, ਆ ਦੇਖੋ ਇੱਥੇ ਮਤਲਬ ਕੰਡਕਸ਼ਨ ਮੈਥਡ, ਕਨਵੈਕਸ਼ਨ ਮੈਥਡ ਦੀ ਕੀ ਹੈ ਵੀ ਵੈਨ ਯੂ ਹੀਟ ਵਾਟਰ ਔਨ ਦਾ ਸਟੋਵ ਦਾ ਵਾਟਰ ਐਟ ਦਾ ਬੋਟਮ ਆਫ ਦਾ ਪੈਨ ਹੀਟ ਫਾਸਟਰ ਦੈਨ ਐਟ ਦਾ ਟੋਪ। ਜੋ ਪਾਣੀ ਨੀਚੇ ਸਰਫੇਸ ਦੇ ਨਾਲ ਟੱਚ ਹੋ ਰਿਹਾ ਨੀਚੇ ਜਿੱਥੇ ਫਾਇਰ ਆਪਾਂ ਲਗਾ ਰਹੇ, ਉਹ ਪਾਣੀ ਜਲਦੀ ਗਰਮ ਹੋਏਗਾ, ਬਲਕਿ ਜਿਹੜਾ ਪਾਣੀ ਉੱਪਰ ਵਾਲੀ ਸਤ੍ਹਾ ਦੇ ਉੱਪਰ ਹੈ ਉਹ ਪਾਣੀ ਲੇਟ ਗਰਮ ਹੋਏਗਾ। ਜਿਹੜਾ ਪਾਣੀ ਨੀਚੇ ਹੈ ਠੀਕ ਹੈ ਉਹ ਘੱਟ ਡੈਂਸਡ ਹੋ ਜਾਏਗਾ ਜਦੋਂ ਉਹ ਗਰਮ ਹੋ ਜਾਏਗਾ, ਠੀਕ ਹੈ, ਅਤੇ ਉਹ ਉੱਪਰ ਵੱਲ ਫਲੋਟ ਕਰੇਗਾ, ਫਲੋਟ ਟੂ ਦਾ ਟੋਪ, ਦੈਨ ਇਟ ਕੂਲਸ ਬਿਕੋਜ਼ ਫਾਰਦਰ। ਇਹ ਹੁਣ ਮੰਨ ਲਓ ਦੂਰ ਚਲਾ ਗਿਆ ਕਿਉਂਕਿ ਮਤਲਬ ਜਿਹੜਾ ਨੀਚੇ ਆ ਪਾਣੀ ਆ ਗਿਆ ਉਹਦੀ ਡੈਂਸਿਟੀ ਜ਼ਿਆਦਾ ਸੀ, ਉਹ ਨੀਚੇ ਆ ਗਿਆ, ਠੀਕ ਹੈ, ਹੁਣ ਉਹ ਗਰਮ ਹੋ ਗਿਆ। ਤਾਂ ਇਹਦੇ ਨਾਲ ਦੇਖੋ ਸਾਰਾ ਮਤਲਬ ਸਿਸਟਮ ਕੀ ਹੈ, ਪਹਿਲਾਂ ਤਾਂ ਜਿਹਦੀ ਡੈਂਸਿਟੀ ਘੱਟ ਹੈ ਉਹ ਗਰਮ ਹੋ ਰਿਹਾ, ਉਹ ਜਦੋਂ ਮੰਨ ਲਓ ਉਹਦੀ ਡੈਂਸਿਟੀ ਵੱਧ ਗਈ ਉੱਪਰ ਚਲਾ ਗਿਆ, ਅਤੇ ਇਸ ਕਰਕੇ ਇਹ ਅੰਦਰ ਵਾਲੇ ਜਿਹੜੇ ਮੋਲੀਕਿਊਲਸ ਨੇ ਸਾਰੇ ਹੀ ਗਰਮ ਹੋ ਗਏ। ਸੋ ਇਹਦੇ ਵਿੱਚ ਦੇਖੋ ਇਹ ਮੋਲੀਕਿਊਲਸ ਨੇ ਕਨਵੈਕਸ਼ਨ ਮੈਥਡ ਦੇ ਵਿੱਚ ਆਪਾਂ ਪੈਨ ਗਰਮ ਕਰ ਰਹੇ, ਅੰਦਰ ਵਾਲੇ ਜਿਹੜੇ ਮੋਲੀਕਿਊਲਸ ਨੇ, ਜਿਹੜੇ ਨੀਚੇ ਵਾਲੇ ਮੋਲੀਕਿਊਲਸ ਨੇ ਉੱਪਰ ਆ ਰਹੇ, ਉੱਪਰ ਵਾਲੇ ਮੋਲੀਕਿਊਲ ਜਦੋਂ ਠੰਡੇ ਹੋ ਰਹੇ ਉਹ ਨੀਚੇ ਨੂੰ ਆ ਰਹੇ। ਐਰੋ ਵੱਲ ਦੇਖੋ, ਕੁਛ ਐਰੋ ਉੱਪਰ ਜਾ ਰਹੇ ਨੇ, ਕੁਛ ਐਰੋ ਨੀਚੇ ਆ ਰਹੇ ਨੇ। ਜਿਹੜੇ ਐਰੋ ਤੋਂ ਉੱਪਰ ਜਾ ਰਹੇ ਨੇ ਉਹ ਮਤਲਬ ਕੀ ਨੇ ਵੀ ਉਹਨਾਂ ਦੀ ਡੈਂਸਿਟੀ ਘੱਟ ਰਹੀ ਹੈ, ਅਤੇ ਉੱਪਰ ਵਾਲੇ ਜਿਹੜੇ ਕੂਲ ਹੋ ਰਹੇ ਨੇ ਉਹ ਦੁਬਾਰਾ ਨੀਚੇ ਗਰਮ ਹੋਣ ਵਾਸਤੇ ਦੁਬਾਰਾ ਫਿਰ ਆ ਰਹੇ ਆ। ਤਾਂ ਇਸ ਮੈਥਡ ਵਿੱਚ ਦੇਖੋ ਅੰਦਰ ਵਾਲੇ ਜਿਹੜੇ ਮੋਲੀਕਿਊਲਸ ਨੇ ਜਿਹੜੇ ਅੰਦਰ ਵਾਲੇ ਵਾਟਰ ਦੇ ਮੋਲੀਕਿਊਲਸ ਨੇ ਉਹ ਦੇਖੋ ਆਟੋਮੈਟਿਕਲੀ ਗਰਮ ਹੋ ਰਹੇ ਨੇ, ਵੀ ਇੱਕ ਮੋਲੀਕਿਊਲਸ ਤੋਂ ਦੂਸਰਾ ਮੋਲੀਕਿਊਲਸ ਗਰਮ ਹੋ ਰਿਹਾ। ਤਾਂ ਇਸ ਮੈਥਡ ਨੂੰ ਕੀ ਆਪਾਂ ਬੋਲਦੇ ਹਾਂ ਕਨਵੈਕਸ਼ਨ ਮੈਥਡ। ਇਸ ਦੇ ਵਿੱਚ ਦੇਖੋ ਇਸ ਐਗਜ਼ਾਮਪਲ ਦੇ ਵਿੱਚ ਦੇਖੋ ਆਪਾਂ ਫਾਇਰ ਲਗਾਈਏ, ਉੱਪਰ ਹੱਥ ਬਿਲਕੁਲ ਆਪਣੇ ਉੱਪਰ ਹੈ, ਇਹਦੇ ਵਿੱਚ ਦੇਖੋ ਤੁਸੀਂ ਕੀ ਹੈ ਵੀ ਜਿਹੜੀ ਆਹ ਰੈੱਡ ਕਲਰ ਦੇ ਐਰੋ ਨੇ ਇਹ ਕੀ ਹੈ ਆਪਣੇ ਕੋਲ ਸਮੋਕ ਜਦੋਂ ਮੰਨ ਲਓ ਫਾਇਰ ਦੇ ਉੱਪਰ ਵਾਲੀ ਸਾਈਡ 'ਤੇ ਬਿਲਕੁਲ ਆਪਾਂ ਨੂੰ ਪਤਾ ਫਾਇਰ ਉੱਪਰ ਵੱਲ ਹੀ ਚੱਲੇਗੀ, ਤਾਂ ਉੱਪਰ ਬਿਲਕੁਲ ਡਾਇਰੈਕਟ ਜਿਹੜੀ ਆਪਣੇ ਕੋਲ ਹੀਟ ਟਰਾਂਸਫਰ ਹੋ ਰਹੀ ਹੈ ਉਹ ਕਨਵੈਕਸ਼ਨ ਮੈਥਡ ਨਾਲ ਹੋ ਰਹੀ ਹੈ, ਠੀਕ ਹੈ, ਇਹਨੂੰ ਆਪਾਂ ਬੋਲਦੇ ਹਾਂ ਕਨਵੈਕਸ਼ਨ ਮੈਥਡ। ਸੋ ਕਨਵੈਕਸ਼ਨ ਮੈਥਡ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਤੁਸੀਂ ਇਹ ਲਿਖਣੀ ਹੈ। ਵੈਨ ਇਹ ਐਗਜ਼ਾਮਪਲ ਆਪਾਂ ਲਿਖ ਸਕਦੇ ਉੱਤੇ, ਵੈਨ ਯੂ ਹੀਟ ਵਾਟਰ ਔਨ ਦਾ ਸਟੋਵ the water at the bottom of the pan heats faster than at the top. The water at the bottom becomes less dense and floats to the top. It then cools because it is farther away from the heat source and sinks back to the bottom. So एक का भी आप लिख सकते हैं, एक के भी लिख सकते हैं, convection is a heat transfer by the movement of mass from one place to another. It can take place only in liquid and gases. ਜਿਹੜੀ convection method है ਇਹ ਕੀ ਕਰ ਸਕਦੀ ਹੈ, ਸਿਰਫ liquid and gases ਦੇ ਵਿੱਚ ਹੀ movement ਹੋ ਸਕਦੀ ਹੈ। Heat gained by the conduction or radiation from the sun is moved about the planet by the convection method. ਸੋ ਇਹ ਆਪਣੇ ਕੋਲ convection method ਸੀ। ਨੈਕਸਟ ਆਪਣੇ ਕੋਲ ਬੇਟਾ ਹੈ radiation, the transfer of energy by the electromagnetic waves. ਸਪੋਜ਼ ਕਰ ਲਓ ਵੀ ਆਪਣੇ ਕੋਈ ਸਨ ਹੈ ਜਿਹੜਾ ਹੀਟ ਕਿਹਨੂੰ ਦੇ ਰਿਹਾ ਅਰਥ ਨੂੰ, ਰੇਡੀਏਸ਼ਨ ਵਾਲੇ ਮੈਥਡ 'ਚ ਦੇਖੋ ਹੀਟ ਕਿਹਨੂੰ ਦੇ ਰਿਹਾ ਅਰਥ ਨੂੰ, ਵਿਦਾਊਟ ਹੀਟਿੰਗ ਦਾ ਮੀਡੀਅਮ, ਵੀ ਜਿਹੜੀ ਇਨਰ ਮੀਡੀਅਮ ਹੈ ਸੈਂਟਰ ਦੇ ਵਿੱਚ ਆਪਣੇ ਕੋਲ ਅਰਥ ਔਰ ਸਨ ਦੇ ਵਿੱਚ ਸੈਂਟਰ 'ਚ ਮੀਡੀਅਮ ਕੀ ਹੈ ਏਅਰ, ਤਾਂ ਏਅਰ ਤੋਂ ਨਹੀਂ ਗਰਮ ਹੋ। ਸਪੋਜ਼ ਕਰੋ ਸਵੇਰੇ ਸੂਰਜ ਮੰਨ ਲਓ ਉਗਦਾ ਹੈ ਤਾਂ ਨੀਚੇ ਮੰਨ ਲਓ ਆਪਣੇ ਕੋਲ ਜਿਹੜੀ ਅਰਥ ਹੈ ਉਹ ਗਰਮ ਤਾਂ ਹੋ ਰਹੀ ਹੈ, ਬਟ ਜਿਹੜੀ ਆਪਣੀ ਏਅਰ ਹੈ ਉਹ ਤਾਂ ਨਹੀਂ ਜ਼ਿਆਦਾ ਗਰਮ ਹੋ ਰਹੀ, ਇੰਨੀ ਜ਼ਿਆਦਾ ਤਾਂ ਨਹੀਂ ਗਰਮ ਹੋ ਰਹੀ, ਠੀਕ ਹੈ। ਤਾਂ ਇਸ ਕਰਕੇ ਜਿਹੜਾ ਵਿਦਾਊਟ ਹੀਟਿੰਗ ਦਾ ਮੀਡੀਅਮ ਆਪਾਂ ਮਤਲਬ ਦੇਖਣਾ ਹੈ ਵੀ ਕਿਸ ਤਰ੍ਹਾਂ ਰੇਡੀਏਸ਼ਨ ਪੈ ਕੇ ਇੱਕ ਬੋਡੀ ਦੂਸਰੀ ਬੋਡੀ ਨੂੰ ਗਰਮ ਕਰ ਰਹੀ ਹੈ ਵਿਦ ਦਾ ਹੈਲਪ ਆਫ ਰੇਡੀਏਸ਼ਨ ਵਿਦਾਊਟ ਹੀਟਿੰਗ ਦਾ ਮੀਡੀਅਮ ਬਿਟਵੀਨ ਦਾ ਟੂ ਬੋਡੀਜ਼। ਤਾਂ ਉਸ ਮੈਥਡ ਨੂੰ ਆਪਾਂ ਕੀ ਬੋਲਾਂਗੇ ਰੇਡੀਏਸ਼ਨ ਮੈਥਡ। ਸੋ ਇੱਕ ਐਗਜ਼ਾਮਪਲ ਆਪਣੇ ਇਹਦੇ ਕੋਲ ਇਹ ਵੀ ਹੈਗੀ ਹੈ ਵੀ ਦੇਖੋ ਇੱਥੇ ਆਪਾਂ ਫਾਇਰ ਦੇ ਇੱਕ ਸਾਈਡ 'ਤੇ ਬੈਠੇ ਹੋਏ,
ਇਹ ਸਾਈਡ ਤੇ ਜਾ ਰਹੀਆਂ ਨੇ ਰੇਡੀਏਸ਼ਨਸ, ਉੱਪਰ ਕੀ ਜਾ ਰਹੀਆਂ ਨੇ ਕਨਵੈਕਸ਼ਨ ਮੈਥਡ। ਸਾਈਡ ਤੇ ਰੇਡੀਏਸ਼ਨ ਮੈਥਡ ਹੈ ਵੀ ਜਿਹੜੀ ਮਤਲਬ ਸਾਈਡ ਤੇ ਜੋ ਵੀ ਰੇਡੀਏਸ਼ਨ ਦੇ ਨਾਲ ਹੀਟ ਪ੍ਰੋਡਿਊਸ ਆ ਰਹੀ ਹੈ ਸਾਈਡ ਤੇ, ਉਹਨੂੰ ਆਪਾਂ ਬੋਲਾਂਗੇ ਰੇਡੀਏਸ਼ਨ ਮੈਥਡ, ਠੀਕ ਹੈ। ਸੋ ਜੇ ਦੇਖੋ ਪੈਨ ਦੇ ਅੰਦਰ ਜਿਹੜਾ ਵਾਟਰ ਮੋਲੀਕੂਲਸ ਗਰਮ ਹੋ ਰਹੇ ਨੇ ਉਹ ਤਾਂ ਹੈਗਾ ਕਨਵੈਕਸ਼ਨ ਮੈਥਡ, ਤੇ ਜਿਹੜਾ ਸਾਈਡ ਤੇ ਮਤਲਬ ਜਿਹੜੀ ਪੈਨ ਤੋਂ ਇਲਾਵਾ ਆਪਣੇ ਕੋਲ ਫਾਇਰ ਹੈ ਉਹਦੇ ਨਾਲ ਜੋ ਹੀਟ ਇੱਧਰ ਨੂੰ ਟਰਾਂਸਫਰ ਹੋ ਰਹੀ ਹੈ ਉਸ ਮੈਥਡ ਨੂੰ ਆਪਾਂ ਕੀ ਬੋਲਾਂਗੇ ਰੇਡੀਏਸ਼ਨ ਮੈਥਡ। ਸੋ ਦੇਖੋ ਇਸ ਤਰ੍ਹਾਂ ਮਤਲਬ ਆਪਣੇ ਕੋਲ ਇੱਕ ਫੂਡ ਕੁਕਿੰਗ ਹੈ, ਉਹਦੇ ਵਿੱਚ ਆਪਾਂ ਓਵਨ ਦੇ ਵਿੱਚ ਕੀ ਕਰਦੇ ਹਾਂ, ਓਵਨ ਦੇ ਵਿੱਚ ਆਪਾਂ ਫੂਡ ਗਰਮ ਕਰਦੇ ਹਾਂ ਤਾਂ ਦੇਖੋ ਅੰਦਰ ਵਾਲਾ ਜਿਹੜਾ ਆਪਣਾ ਫੂਡ ਹੈ ਉਹੀ ਜ਼ਿਆਦਾ ਗਰਮ ਹੋ ਰਿਹਾ ਹੁੰਦਾ, ਠੀਕ ਹੈ। ਫੂਡ ਜਿਹੜਾ ਅੰਦਰ ਵਾਲਾ ਉਹ ਸਾਰੀ ਰੇਡੀਏਸ਼ਨ ਫੂਡ ਦੇ ਉੱਪਰ ਪੈਂਦੀ, ਉਹ ਫੂਡ ਅੰਦਰੋਂ ਗਰਮ ਹੋ ਜਾਂਦਾ ਤਾਂ ਜਿਹੜਾ ਮਟੀਰੀਅਲ ਹੈ ਜਿਹਦੇ ਵਿੱਚ ਆਪਾਂ ਫੂਡ ਗਰਮ ਕਰ ਰਹੇ ਹਾਂ ਉਹ ਤਾਂ ਨਹੀਂ ਜ਼ਿਆਦਾ ਗਰਮ ਹੋ ਰਿਹਾ ਨਾ, ਠੀਕ ਹੈ। ਅਤੇ ਇਸ ਕਰਕੇ ਇਸ ਮੈਥਡ ਨੂੰ ਆਪਾਂ ਕੀ ਬੋਲਦੇ ਹਾਂ ਰੇਡੀਏਸ਼ਨ ਮੈਥਡ। The toaster and grilling food are good examples. When heat is radiated it travels in a straight lines. ਸੋ ਜਿਹੜੀ ਹੀਟਸ ਨੇ ਓਵਨ ਦੇ ਵਿੱਚ ਸਟ੍ਰੇਟ ਲਾਈਨਸ ਦੇ ਵਿੱਚ ਟਰੈਵਲ ਕਰਦੀਆਂ ਨੇ ਐਂਡ ਆਬਜੈਕਟ ਇਨ ਇਟਸ ਪਾਥ ਬਿਕਮ ਹੀਟਡ। ਇਹਨਾਂ ਦੇ ਪਾਥ ਦੇ ਵਿੱਚ ਜਿਹੜਾ ਮਤਲਬ ਕੋਈ ਵੀ ਚੀਜ਼ ਆਏਗੀ ਉਹ ਸਾਰੀ ਹੀ ਗਰਮ ਹੋਏਗੀ। ਸੋ ਗ੍ਰਿਲਿੰਗ, ਟੋਸਟਰਿੰਗ ਐਂਡ ਮਾਈਕ੍ਰੋਵੇਵਿੰਗ ਐਗਜ਼ਾਮਪਲ ਆਫ ਰੇਡੀਏਸ਼ਨ ਮੈਥਡ। ਇਹਦੀ ਇੱਕ ਐਗਜ਼ਾਮਪਲ ਹੋਰ ਹੈ, ਰੇਡੀਏਸ਼ਨ ਇਜ਼ ਦਾ ਟਰਾਂਸਫਰ ਆਫ ਥਰਮਲ ਐਨਰਜੀ ਬਿਟਵੀਨ ਦਾ ਟੂ ਆਬਜੈਕਟਸ ਥਰੂ ਇਲੈਕਟ੍ਰੋਮੈਗਨੈਟਿਕ ਵੇਵਸ। ਅਨਲਾਈਕ ਕੰਡਕਸ਼ਨ ਐਂਡ ਕਨਵੈਕਸ਼ਨ, ਰੇਡੀਏਸ਼ਨ ਡਜ਼ ਨੋਟ ਰਿਕੁਆਇਰ ਅ ਮੀਡੀਅਮ। ਇਹਨੂੰ ਮੀਡੀਅਮ ਦੀ ਕੋਈ ਜ਼ਰੂਰਤ ਨਹੀਂ ਹੈ। ਇਨ ਜਨਰਲ ਗੈਸਿਸ ਡੂ ਨੋਟ ਟੇਕ ਪਾਰਟ ਇਨ ਰੇਡੀਏਸ਼ਨ ਹੀਟ ਟਰਾਂਸਫਰ, ਠੀਕ ਹੈ ਬੇਟਾ। ਇਹ ਬੇਟਾ ਆਪਣੇ ਕੋਲ 3 ਮੈਥਡ ਸੀ, ਕੰਡਕਸ਼ਨ, ਕਨਵੈਕਸ਼ਨ ਐਂਡ ਰੇਡੀਏਸ਼ਨ। ਇੰਪੋਰਟੈਂਟ ਕੁਐਸਚਨ ਹੈ, 5 ਮਾਰਕਸ ਦਾ ਆਪਣੇ ਕੋਲ ਹਰ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਤਾਂ ਤੁਸੀਂ ਬੱਚਿਆਂ ਨੇ ਇਹ ਜਿਹੜੇ 3 ਆਪਣੇ ਕੋਲ ਹੈਗੇ ਨੇ ਮੈਥਡ, ਇਹ ਤਿੰਨੇ ਤੁਸੀਂ ਕਰਨੇ, ਯਾਦ ਕਰਨੇ, ਇਹਨਾਂ ਨੂੰ ਲਿਖਣਾ, ਇਹਨਾਂ ਦੀ ਜੋ ਐਗਜ਼ਾਮਪਲ ਹੈ ਹੋਰ ਤੁਸੀਂ ਸਰਚ ਕਰ ਲੈਣਾ ਇੰਟਰਨੈਟ 'ਤੇ ਅਤੇ ਉੱਥੋਂ ਦੇਖਣਾ ਅਤੇ ਇਸ ਮੈਥਡ ਨੂੰ ਅੱਛੀ ਤਰ੍ਹਾਂ ਸਮਝਣਾ। ਸੋ ਇਹਦੇ ਨਾਲ ਆਪਣੇ ਕੀ ਹੈ ਵੀ ਇਹ ਵਾਲਾ ਚੈਪਟਰ ਦੇ ਵਿੱਚ ਸਟਾਰਟਿੰਗ ਦੇ ਵਿੱਚ ਆਪਣੇ ਕੋਲ ਇੱਕ ਟੋਪਿਕ ਸੀ ਇਲੈਕਟ੍ਰਿਕ ਹੀਟਿੰਗ, ਜਿਹਦੇ ਨਾਲ ਅੱਗੇ ਜਿਹੜੇ ਆਪਣੇ ਕੋਲ ਟੋਪਿਕ ਆਉਣਗੇ ਉਹ ਅਲੱਗ-ਅਲੱਗ ਤਰ੍ਹਾਂ ਦੀ ਕਲਾਸੀਫਿਕੇਸ਼ਨ ਆਫ ਮੈਥਡ ਆਫ ਇਲੈਕਟ੍ਰੀਕਲ ਹੀਟਿੰਗ ਆ ਜਾਣਗੇ। ਤਾਂ ਅੱਗੇ ਆਪਣੇ ਕੋਲ ਪਾਵਰ ਫ੍ਰੀਕੁਐਂਸੀ ਹੀਟਿੰਗ ਆ ਜਾਏਗੀ, ਹਾਈ ਫ੍ਰੀਕੁਐਂਸੀ ਹੀਟਿੰਗ ਆ ਜਾਏਗੀ।